ਅੱਜ ਆਓ ਅਸੀਂ ਸਵਰਗੀ ਪਰਿਵਾਰ ਅਤੇ AI ਦਾ ਯੁੱਗ ਸਿਰਲੇਖ ਉਪਦੇਸ਼ ਨਾਲ ਮਿਲ ਕੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਅਸੀਂ ਪਰਮੇਸ਼ਵਰ ਦੇ ਵਾਅਦੇ ਨਾਲ ਸੰਬੰਧਿਤ ਸਵਰਗੀ ਪਰਿਵਾਰ ਹਾਂ। ਸਾਡੇ ਅੰਦਰ ਪਰਮੇਸ਼ਵਰ ਦਾ ਮਾਂਸ ਅਤੇ ਲਹੂ ਹੈ। ਬਾਈਬਲ ਵਿੱਚ ਅਸੀਂ ਉਹ ਦ੍ਰਿਸ਼ ਦੇਖ ਸਕਦੇ ਹਾਂ ਜਿੱਥੇ ਪਵਿੱਤਰ ਆਤਮਾ ਖੁਦ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। ਇਸ ਲਈ ਸਾਨੂੰ ਖੁਸ਼ਖਬਰੀ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਕਿ ਕੋਈ ਵੀ ਇਕੱਲਾ ਮਹਿਸੂਸ ਨਾ ਕਰੇ। ਆਓ ਅਸੀਂ ਦੂਸਰਿਆਂ ਨੂੰ ਉਤਸ਼ਾਹਿਤ ਕਰੀਏ ਅਤੇ ਇੱਕ ਦੂਸਰੇ ਨਾਲ ਇਕਜੁੱਟ ਹੋਈਏ ਤਾਂ ਜੋ ਅਸੀਂ ਸਾਰੇ ਬਿਨਾਂ ਥੱਕੇ ਸਵਰਗ ਵੱਲ ਚੱਲ ਸਕੀਏ। ਕੀ ਅਸੀਂ ਸੱਚਮੁੱਚ ਸਵਰਗ ਵਿੱਚ ਇੱਕ ਪਰਿਵਾਰ ਹਾਂ? ਆਓ ਪਹਿਲਾਂ ਇਸ ਮਾਮਲੇ ਨੂੰ ਦੇਖੀਏ। ਭਵਿੱਖ ਦਾ ਯੁੱਗ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈ। ਫਿਰ ਇਹ ਯੁੱਗ ਬਾਈਬਲ ਨਾਲ ਕਿਵੇਂ ਸੰਬੰਧਿਤ ਹੈ? ਆਓ ਇਸ ਮਾਮਲੇ ਨੂੰ ਵੀ ਇਕੱਠੇ ਦੇਖੀਏ। ਆਓ ਅਸੀਂ ਇਬਰਾਨੀਆਂ ਅਧਿਆਇ 8 ਆਇਤ 5 ਦੀਆਂ ਸਿੱਖਿਆਵਾਂ ਨੂੰ ਦੇਖੀਏ, ਜਿਹੜੇ ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ। ਜਦੋਂ ਅਸੀਂ ਇਬਰਾਨੀਆਂ ਅਧਿਆਇ 8 ਆਇਤ 1 ਤੋਂ ਪੜ੍ਹਦੇ ਹਾਂ ਤਦ ਅਸੀਂ ਇਹ ਦੇਖ ਸਕਦੇ ਹਾਂ ਕਿ ਲਗਭਗ 3500 ਸਾਲ ਪਹਿਲਾਂ ਜੰਗਲ ਵਿੱਚ ਮੂਸਾ ਨੇ ਸਵਰਗੀ ਅਸਥਾਨ ਦੀ ਨਕਲ ਵਜੋਂ ਧਰਤੀ ਉੱਤੇ ਪਵਿੱਤਰ ਅਸਥਾਨ ਬਣਾਇਆ ਸੀ। ਇਸੇ ਲਈ ਇਹ ਇਬਰਾਨੀਆਂ ਅਧਿਆਇ 8 ਵਚਨ 5 ਵਿੱਚ ਲਿਖਿਆ ਗਿਆ ਹੈ, ਤੁਸੀਂ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹੋ। ਇਹ ਪਵਿੱਤਰ ਸਥਾਨ ਨਕਲ ਅਤੇ ਪਰਛਾਵੇਂ ਦੀ ਇਕਲੌਤੀ ਉਦਾਹਰਣ ਨਹੀਂ ਹੈ। ਜੇਕਰ ਅਸੀਂ ਹੋਰ ਭੌਤਿਕ ਪ੍ਰਣਾਲੀਆਂ ਨੂੰ ਵੇਖੀਏ ਤਾਂ ਹੋਰ ਵੀ ਉਦਾਹਰਨਾਂ ਹਨ। ਉਹਨਾਂ ਵਿੱਚੋਂ ਆਓ ਅਸੀਂ ਸਵਰਗੀ ਪਰਿਵਾਰ ਨੂੰ ਵੇਖੀਏ। ਆਓ ਅਸੀਂ ਸੰਸਾਰਿਕ ਪਰਿਵਾਰ ਦੇ ਦੁਆਰਾ ਸਵਰਗੀ ਪਰਿਵਾਰ ਦਾ ਅਧਿਐਨ ਕਰੀਏ ਅਤੇ ਇੱਕ ਵਾਰ ਫਿਰ ਪੁਸ਼ਟੀ ਕਰੀਏ ਕਿ ਅਸੀਂ ਸਵਰਗੀ ਪਰਿਵਾਰ ਹਾਂ। ਕਿਸੇ ਵੀ ਵਿਅਕਤੀ ਨੂੰ ਇਕੱਲਾਪਨ ਮਹਿਸੂਸ ਨਾ ਹੋਵੇ। ਸਾਨੂੰ ਇੱਕ ਦੂਜੇ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਸਵਰਗ ਦੇ ਸਦੀਪਕ ਰਾਜ ਵੱਲ ਇਕੱਠੇ ਚੱਲਣਾ ਚਾਹੀਦਾ ਹੈ, ਕਿਉਂਕਿ ਧਰਤੀ ਦੀਆਂ ਚੀਜ਼ਾਂ ਸਵਰਗੀ ਚੀਜ਼ਾਂ ਦੀ ਨਕਲ ਹਨ। ਜੇਕਰ ਕੋਈ ਚੀਜ਼ ਸਵਰਗ ਵਿੱਚ ਹੈ ਤਦ ਇਹ ਧਰਤੀ ਤੇ ਵੀ ਮੌਜੂਦ ਹੋਵੇਗੀ। ਫਿਰ ਕੀ ਹੋਵੇਗਾ ਜੇਕਰ ਧਰਤੀ ਉੱਤੇ ਕੁਝ ਮੌਜੂਦ ਹੈ? ਇਸ ਦਾ ਮਤਲਬ ਹੈ ਕਿ ਇਹ ਸਵਰਗ ਵਿੱਚ ਵੀ ਮੌਜੂਦ ਹੈ ਨਾ? ਅੱਜ ਇਸ ਉਪਦੇਸ਼ ਰਾਹੀਂ ਆਓ ਅਸੀਂ ਪਰਿਵਾਰ ਪ੍ਰਣਾਲੀ ਤੇ ਨਜ਼ਰ ਪਾਈਏ। ਸੰਸਾਰਿਕ ਪਰਿਵਾਰ ਪ੍ਰਣਾਲੀ ਵਿੱਚ ਪਿਤਾ, ਮਾਤਾ ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਹੁੰਦੇ ਹਨ। ਕਿਉਂਕਿ ਇਸ ਧਰਤੀ ਤੇ ਪਰਿਵਾਰ ਪ੍ਰਣਾਲੀ ਹੈ, ਸਵਰਗ ਵਿੱਚ ਵੀ ਅਜਿਹਾ ਹੀ ਹੋਵੇਗਾ। ਆਓ ਅਸੀਂ ਇਬਰਾਨੀਆਂ ਅਧਿਆਇ 12 ਵਚਨ 9 ਦੀਆਂ ਸਿੱਖਿਆਵਾਂ ਉੱਤੇ ਇੱਕ ਨਜ਼ਰ ਪਾਈਏ। ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ, ਤਾਂ ਭਲਾ ਅਸੀਂ ਬਹੁਤ ਵਧੀਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਇਸ ਧਰਤੀ ਤੇ ਪਰਿਵਾਰ ਦਾ ਕਿਹੜਾ ਮੈਂਬਰ ਆਮ ਤੌਰ ਤੇ ਪ੍ਰਤੀਨਿਧਤਾ ਕਰਦਾ ਹੈ? ਬਾਈਬਲ ਵਿੱਚ ਇਸ ਨੂੰ ਸਰੀਰਕ ਪਿਤਾ ਦੇ ਰੂਪ ਵਜੋਂ ਲਿਖਿਆ ਗਿਆ ਹੈ। ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ, ਤਾਂ ਭਲਾ ਸਾਨੂੰ ਕਿਸ ਦੇ ਅਧੀਨ ਰਹਿਣਾ ਚਾਹੀਦਾ ਹੈ? ਅਸੀਂ ਬਹੁਤ ਵਧੀਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਵਰਗ ਵਿੱਚ ਸਾਡੀਆਂ ਆਤਮਾਵਾਂ ਦਾ ਪਿਤਾ ਵੀ ਹੈ ਅਤੇ ਯੀਸ਼ੂ ਸਾਨੂੰ ਸਿਖਾਉਂਦੇ ਹਨ ਕਿ ਆਤਮਾਵਾਂ ਦੇ ਪਿਤਾ ਸਾਡੇ ਪਰਮੇਸ਼ਵਰ ਹਨ। ਆਓ ਅਸੀਂ ਮਤੀ ਅਧਿਆਇ 6 ਆਇਤ 8 ਵੱਲ ਮੁੜੀਏ। ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ, ਕਿਉਂ ਜੋ ਕੌਣ ਜਾਣਦਾ ਹੈ? ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿੰਨਾ ਵਸਤਾਂ ਦੀ ਲੋੜ ਹੈ। ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ। ਸਾਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ? ਹੇ ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ। ਜਿਸ ਤਰ੍ਹਾਂ ਸਾਡੇ ਸਰੀਰਕ ਪਿਤਾ ਇਸ ਧਰਤੀ ਤੇ ਮੌਜੂਦ ਹਨ, ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪਰਮੇਸ਼ਵਰ ਸਾਡੇ ਆਤਮਿਕ ਪਿਤਾ ਵੀ ਸਵਰਗ ਵਿੱਚ ਮੌਜੂਦ ਹਨ। ਪਿਤਾ ਸ਼ਬਦ ਜਾਂ ਸਿਰਲੇਖ ਪਰਿਵਾਰ ਪ੍ਰਣਾਲੀ ਵਿੱਚ ਵਰਤਿਆ ਜਾਂਦਾ ਹੈ, ਨਾ ਕਿ ਕੰਮ ਵਾਲੀ ਥਾਂ ਜਾਂ ਫੌਜ ਵਿੱਚ। ਬਾਈਬਲ ਸਾਨੂੰ ਸਮਝਾਉਂਦੀ ਹੈ ਕਿ ਇਹ ਸਿਰਫ ਅੰਦਾਜ਼ਾ ਨਹੀਂ ਹੈ, ਪਰ ਇਹ ਅਸਲ ਵਿੱਚ ਇੱਕ ਸੱਚਾਈ ਹੈ। ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਹੋਰ ਵਿਸਤਾਰ ਨਾਲ ਵੇਖੀਏ। ਆਓ ਅਸੀਂ ਦੂਸਰਾ ਕੁਰਿੰਥੀਓ ਅਧਿਆਇ 6 ਦੀ ਕਿਤਾਬ ਵੱਲ ਜਾਈਏ। ਅਧਿਆਇ 6 ਆਇਤ 17 ਕਹਿੰਦਾ ਹੈ, ਇਸ ਲਈ ਉਹਨਾਂ ਵਿੱਚੋਂ ਨਿਕਲ ਆਓ
ਅਤੇ ਅੱਡ ਹੋਵੋ। ਪ੍ਰਭੂ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ। ਮੈਂ ਪਰਮੇਸ਼ਵਰ ਕੀ ਕਰਨਗੇ? ਤੁਹਾਨੂੰ ਕਬੂਲ ਕਰ ਲਵਾਂਗਾ ਅਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ, ਅਰਥਾਤ ਪਰਮੇਸ਼ਵਰ ਦੀ ਸੰਤਾਨ। ਇਹ ਬਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਪਰਮੇਸ਼ਵਰ ਸਾਡਾ ਪਿਤਾ ਹੈ ਅਤੇ ਅਜਿਹੇ ਬੱਚੇ ਹੋਣੇ ਚਾਹੀਦੇ ਹਨ ਜੋ ਉਹਨਾਂ ਨੂੰ ਪਿਤਾ ਦੇ ਸਿਰਲੇਖ ਨਾਲ ਬੁਲਾਉਂਦੇ ਹਨ। ਫਿਰ ਇਹ ਸੰਤਾਨਾਂ ਕੌਣ ਹਨ? ਬਾਈਬਲ ਸਿਖਾਉਂਦੀ ਹੈ ਕਿ ਅਸੀਂ ਜੋ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹਾਂ ਪਰਮੇਸ਼ਵਰ ਦੀ ਸੰਤਾਨ ਹਾਂ। ਫਿਰ ਸਭ ਤੋਂ ਮਹੱਤਵਪੂਰਨ, ਸਾਡੇ ਕੋਲ ਕਿਸ ਨੂੰ ਹੋਣਾ ਚਾਹੀਦਾ ਹੈ? ਸੰਸਾਰਿਕ ਵਿਵਸਥਾ ਦੇ ਅਨੁਸਾਰ ਪਰਿਵਾਰ ਵਿੱਚ ਹਮੇਸ਼ਾ ਇੱਕ ਮਾਤਾ ਹੁੰਦੀ ਹੈ। ਫਿਰ ਸਵਰਗੀ ਪਰਿਵਾਰ ਵਿੱਚ ਕੌਣ ਮੌਜੂਦ ਹੋਣਾ ਚਾਹੀਦਾ ਹੈ? ਮਾਤਾ ਤੋਂ ਬਿਨਾਂ ਸਵਰਗੀ ਪਰਿਵਾਰ ਸਵਰਗ ਵਿੱਚ ਮੌਜੂਦ ਨਹੀਂ ਹੋ ਸਕਦਾ। ਸਾਰੇ ਲੋਕੋ, ਤੁਸੀਂ ਚੰਦਰ ਨਵੇਂ ਸਾਲ ਤੇ ਕਿੱਥੇ ਜਾਂਦੇ ਹੋ? ਕੁਝ ਲੋਕ ਯਾਤਰਾ ਤੇ ਜਾ ਸਕਦੇ ਹਨ, ਪਰ ਜ਼ਿਆਦਾਤਰ ਲੋਕ ਆਪਣੇ ਸ਼ਹਿਰ ਜਾਂਦੇ ਹਨ। ਜੇਕਰ ਤੁਸੀਂ ਆਪਣੇ ਸ਼ਹਿਰ ਜਾਂਦੇ ਹੋ ਪਰ ਤੁਹਾਡੇ ਮਾਤਾ ਪਿਤਾ ਉੱਥੇ ਨਹੀਂ ਹਨ, ਤਾਂ ਤੁਹਾਨੂੰ ਕਿਵੇਂ ਲੱਗੇਗਾ ਕਿ ਤੁਸੀਂ ਉੱਥੇ ਜਾਣਾ ਚਾਹੋਗੇ? ਇਹ ਆਪਣੇ ਘਰ ਵਰਗਾ ਮਹਿਸੂਸ ਨਹੀਂ ਹੋਵੇਗਾ। ਤੁਹਾਡੇ ਮਾਤਾ ਪਿਤਾ ਉੱਥੇ ਹੋਣੇ ਚਾਹੀਦੇ ਹਨ। ਜਿਵੇਂ ਕਿ ਇਹ ਲਿਖਿਆ ਗਿਆ ਹੈ ਕਿ ਸੰਸਾਰਿਕ ਪ੍ਰਣਾਲੀ ਸਵਰਗੀ ਪ੍ਰਣਾਲੀ ਦੀ ਇੱਕ ਨਕਲ ਹੈ। ਜੇਕਰ ਧਰਤੀ ਦੇ ਪਰਿਵਾਰ ਵਿੱਚ ਇੱਕ ਮਾਤਾ ਹੈ, ਫਿਰ ਆਤਮਿਕ ਦੁਨੀਆ ਵਿੱਚ ਵੀ ਸਵਰਗੀ ਮਾਤਾ ਹੋਣੀ ਚਾਹੀਦੀ ਹੈ। ਸੰਸਾਰ ਦੇ ਚਰਚ ਆਪਣੇ ਬੁੱਲਾਂ ਨਾਲ ਹੀ ਪਰਮੇਸ਼ਵਰ ਨੂੰ ਪਿਤਾ ਕਹਿੰਦੇ ਹਨ। ਹਾਲਾਂਕਿ ਪਰਮੇਸ਼ਵਰ ਸਾਡੇ ਸੱਚੇ ਪਿਤਾ ਅਤੇ ਮਾਤਾ ਜੀ ਹੈ ਜੋ ਸਾਡੇ ਨਾਲ ਆਪਣਾ ਮਾਸ ਅਤੇ ਲਹੂ ਸਾਂਝਾ ਕਰਦੇ ਹਨ। ਸਾਡੇ ਭੈਣ ਭਰਾ ਇੱਕੋ ਜਿਹੇ ਮਾਸ ਅਤੇ ਲਹੂ ਦੇ ਸਾਂਝੇ ਹਨ। ਅਸੀਂ ਇੱਕ ਸਵਰਗੀ ਪਰਿਵਾਰ ਹਾਂ। ਆਓ ਅਸੀਂ ਗਲਾਤੀਆਂ ਅਧਿਆਇ 4 ਦੇ ਦੁਆਰਾ ਪੁਸ਼ਟੀ ਕਰੀਏ ਕਿ ਜਿਵੇਂ ਧਰਤੀ ਉੱਤੇ ਮਾਤਾ ਹੈ, ਉਸੇ ਤਰ੍ਹਾਂ ਸਵਰਗ ਵਿੱਚ ਵੀ ਮਾਤਾ ਹੈ। ਅਧਿਆਇ 4 ਆਇਤ 26 ਵਿੱਚ ਇਹ ਕਹਿੰਦਾ ਹੈ, ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਇੱਥੇ ਉਤਾਹਾਂ ਦਾ ਅਰਥ ਹੈ ਸਵਰਗ, ਹੈ ਨਾ? ਇਸ ਤਰ੍ਹਾਂ ਬਾਈਬਲ ਸਾਰੀ ਮਨੁੱਖ ਜਾਤੀ ਨੂੰ ਸਵਰਗੀ ਮਾਤਾ ਜੀ ਦੇ ਬਾਰੇ ਸਪਸ਼ਟ ਤੌਰ ਤੇ ਸਿਖਾਉਂਦੀ ਹੈ। ਅਸੀਂ ਸਮਝ ਸਕਦੇ ਹਾਂ ਕਿ ਧਰਤੀ ਦੀ ਪਰਿਵਾਰਕ ਪ੍ਰਣਾਲੀ ਸਵਰਗੀ ਪਰਿਵਾਰ ਪ੍ਰਣਾਲੀ ਦੀ ਇੱਕ ਸੱਚੀ ਨਕਲ ਹੈ। ਜਿਹੜੇ ਲੋਕ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਕੋਈ ਸਵਰਗੀ ਮਾਤਾ ਨਹੀਂ ਹੈ, ਉਹ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦੇ। ਏਦਾਂ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਹੋਂਦ ਨੂੰ ਦਰਸਾਉਣ ਲਈ ਪਹਿਲਾਂ ਤੋਂ ਹੀ ਬਹੁਵਚਨ ਸ਼ਬਦ ਐਲੋਹੀਮ ਦੀ ਵਰਤੋਂ ਕੀਤੀ ਹੈ। ਪਿਤਾ ਪਰਮੇਸ਼ਵਰ ਇਕੱਲੇ ਖੁਸ਼ਖਬਰੀ ਦਾ ਕੰਮ ਨਹੀਂ ਕਰਦੇ। ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਮੇਸ਼ਾ ਸਾਡੀ ਅਗਵਾਈ ਕਰਦੇ ਹਨ ਤਾਂ ਜੋ ਸਾਡਾ ਚਰਚ ਸੰਸਾਰ ਨੂੰ ਬਚਾ ਸਕੇ। ਉਹਨਾਂ ਨੇ ਖੁਸ਼ਖਬਰੀ ਦੇ ਕੰਮ ਨੂੰ ਪੂਰਾ ਕਰਨ ਲਈ ਸਾਰੀਆਂ ਕੌਮਾਂ ਵਿੱਚ ਸਿਯੋਨ ਦੀ ਸਥਾਪਨਾ ਕੀਤੀ ਹੈ। ਫਿਰ ਕੀ ਪਰਮੇਸ਼ਵਰ ਨੇ ਸੱਚਮੁੱਚ ਚਰਚ ਆਫ ਗੋਡ ਦੇ ਭਰਾਵਾਂ ਅਤੇ ਭੈਣਾਂ ਨੂੰ ਆਪਣੇ ਪੁੱਤਰ ਅਤੇ ਧੀਆਂ ਕਿਹਾ ਹੈ? ਹਾਂਜੀ, ਉਹਨਾਂ ਨੇ ਇਸ ਤਰ੍ਹਾਂ ਕਿਹਾ ਹੈ। ਸਾਨੂੰ ਸਵਰਗ ਦੇ ਰਸਤੇ ਤੇ ਕਦੇ ਵੀ ਇੱਕ ਮੈਂਬਰ ਨੂੰ ਇਕੱਲੇ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ। ਇਸ ਦੀ ਬਜਾਏ ਆਓ ਅਸੀਂ ਸਾਰੇ ਇੱਕ ਦੂਜੇ ਦੀ ਦੇਖਭਾਲ ਕਰੀਏ ਅਤੇ ਥੱਕੇ ਹੋਏ ਲੋਕਾਂ ਨੂੰ ਤਾਕਤ ਦਈਏ। ਜੋ ਸਾਨੂੰ ਤਾਕਤ ਦਿੰਦਾ ਹੈ ਉਹ ਭੌਤਿਕ ਪਦਾਰਥ ਜਾਂ ਭੌਤਿਕ ਵਾਤਾਵਰਣ ਨਹੀਂ ਹੈ। ਸਾਨੂੰ ਪਰਮੇਸ਼ਵਰ ਦੇ ਬਚਨ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਬਚਨ ਦੁਆਰਾ ਮਜ਼ਬੂਤ ਹੋਣਾ ਚਾਹੀਦਾ ਹੈ। ਸਵਰਗੀ ਪਰਿਵਾਰ ਦੇ ਮੈਂਬਰਾਂ ਦਾ ਮਿਸ਼ਨ ਕੀ ਹੈ? ਸਵਰਗੀ ਪਰਿਵਾਰ ਨੂੰ ਪਿਤਾ ਅਤੇ ਮਾਤਾ ਦਾ ਕੰਮ ਕਰਨਾ ਚਾਹੀਦਾ ਹੈ। ਪਿਤਾ ਅਤੇ ਮਾਤਾ ਕਿਹੜਾ ਕੰਮ ਕਰਦੇ ਹਨ? ਉਹ ਸਾਰੇ ਸੰਸਾਰ ਨੂੰ ਬਚਾਉਣ ਲਈ ਅਤੇ ਸਾਡੇ ਗਵਾਚੇ ਹੋਏ ਭੈਣਾਂ ਭਰਾਵਾਂ ਨੂੰ ਇੱਥੋਂ ਤੱਕ ਕਿ ਸਭ ਤੋਂ ਛੋਟੇ ਨੂੰ ਸਦੀਪਕ ਸਵਰਗ ਵਿੱਚ ਲੈ ਜਾਣ ਲਈ ਇਸ ਧਰਤੀ ਉੱਤੇ ਆਏ, ਹੈ ਨਾ? ਕਿਉਂਕਿ ਮਨੁੱਖ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ। ਕਿ ਪਰਮੇਸ਼ਵਰ ਨੇ ਲੂਕਾ ਦੇ 19ਵੇਂ ਅਧਿਆਇ ਵਿੱਚ ਇਹ ਨਹੀਂ ਕਿਹਾ? ਸਾਡਾ ਕੰਮ ਪਿਤਾ ਅਤੇ ਮਾਤਾ ਜੀ ਤੋਂ ਵੱਖਰਾ ਨਹੀਂ ਹੋਣਾ ਚਾਹੀਦਾ। ਜਿਸ ਰਾਹ ਤੇ ਪਿਤਾ ਅਤੇ ਮਾਤਾ ਜੀ ਚੱਲੇ ਉਸੇ ਰਾਹ ਤੇ ਸਾਨੂੰ ਜਾਣਾ ਚਾਹੀਦਾ ਹੈ ਅਤੇ ਜਿਸ ਰਾਹ ਨੂੰ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਉਦਾਹਰਨ ਵਜੋਂ ਦਿਖਾਇਆ ਹੈ
ਉਸੇ ਰਾਹ ਤੇ ਸਾਨੂੰ ਚੱਲਣਾ ਚਾਹੀਦਾ ਹੈ ਨਾ? ਬਾਈਬਲ ਸਾਨੂੰ ਸਵਰਗੀ ਪਰਿਵਾਰ ਕਿਉਂ ਕਹਿੰਦੀ ਹੈ? ਜੇਕਰ ਧਰਤੀ ਉੱਤੇ ਪਿਤਾ, ਮਾਤਾ ਅਤੇ ਬੱਚੇ ਲਹੂ ਦੁਆਰਾ ਸੰਬੰਧਿਤ ਹਨ, ਫਿਰ ਸਾਡੇ ਸਵਰਗੀ ਪਰਿਵਾਰ ਵਿੱਚ ਕਿਵੇਂ ਹੋਣਾ ਚਾਹੀਦਾ ਹੈ? ਇਹ ਇੱਕੋ ਜਿਹਾ ਹੋਣਾ ਚਾਹੀਦਾ ਹੈ। ਏਦਾਂ ਇਸ ਲਈ ਹੈ ਕਿਉਂਕਿ ਇਹ ਇੱਕ ਨਮੂਨਾ ਅਤੇ ਪਰਛਾਵਾਂ ਹੈ। ਧਰਤੀ ਤੇ ਪਰਿਵਾਰ ਪ੍ਰਣਾਲੀ ਸਵਰਗੀ ਪਰਿਵਾਰ ਦੀ ਜੋ ਅਸਲੀਅਤ ਹੈ, ਨਕਲ ਹੈ। ਫਿਰ ਕੀ ਸਵਰਗੀ ਪਰਿਵਾਰ ਆਤਮਿਕ ਲਹੂ ਦੁਆਰਾ ਨਹੀਂ ਜੋੜਿਆ ਹੋਣਾ ਚਾਹੀਦਾ? ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪਿਤਾ ਦਾ ਲਹੂ ਕਿਹੜਾ ਹੈ ਅਤੇ ਸਾਡੀ ਮਾਤਾ ਦਾ ਲਹੂ ਕਿਹੜਾ ਹੈ। ਤੁਸੀਂ ਇਹ ਕਹਿੰਦੇ ਹੋਏ ਹੱਸ ਸਕਦੇ ਹੋ ਕਿ ਆਤਮਾਵਾਂ ਦੇ ਲਹੂ ਦੀਆਂ ਕਿਸਮਾਂ ਹੁੰਦੀਆਂ ਹਨ, ਪਰ ਇਹ ਬਾਈਬਲ ਵਿੱਚ ਲਿਖਿਆ ਹੋਇਆ ਹੈ। ਆਓ ਅਸੀਂ ਇਸ ਮਾਮਲੇ ਨੂੰ ਦੇਖੀਏ। ਆਓ ਅਸੀਂ ਮਤੀ ਅਧਿਆਇ 26 ਆਇਤ 17 ਵੱਲ ਜਾਈਏ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। ਇਸ ਪਸਾਹ ਦੁਆਰਾ ਪਰਮੇਸ਼ਵਰ ਨੇ ਕਿਸ ਤਰ੍ਹਾਂ ਦਾ ਪਰਬ ਮਨਾਇਆ? ਆਓ ਆਇਤ 26 ਵੱਲ ਜਾਈਏ। ਜਦ ਉਹ ਖਾ ਰਹੇ ਸਨ, ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਕੀ ਹੈ? ਇਹ ਮੇਰਾ ਸਰੀਰ ਹੈ। ਉਹਨਾਂ ਨੇ ਸਾਨੂੰ ਸਿਖਾਇਆ ਕਿ ਪਸਾਹ ਦੀ ਰੋਟੀ ਉਹਨਾਂ ਦਾ ਸਰੀਰ ਹੈ। ਉਹਨਾਂ ਨੇ ਪਸਾਹ ਦੀ ਰੋਟੀ ਦੀ ਤੁਲਨਾ ਮਸੀਹ ਦੇ ਪਵਿੱਤਰ ਸਰੀਰ ਨਾਲ ਕੀਤੀ। ਆਓ ਆਇਤ 27 ਵੱਲ ਜਾਈਏ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਇਸ ਪਿਆਲੇ ਵਿੱਚ ਕੀ ਸੀ? ਉਸਨੇ ਉਹ ਪਿਆਲਾ ਲਿਆ ਜਿਸ ਵਿੱਚ ਪਸਾਹ ਦਾ ਦਾਖਰਸ ਸੀ ਅਤੇ ਉਹਨਾਂ ਨੂੰ ਦਿੱਤਾ ਅਤੇ ਕਿਹਾ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਕਿਉਂ ਜੋ ਨੇਮ ਦਾ ਇਹ ਕਿਸ ਦਾ ਲਹੂ ਹੈ? ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਫਿਰ ਸਾਡੇ ਸਵਰਗੀ ਪਿਤਾ ਦਾ ਲਹੂ ਕੀ ਹੈ? ਸਪਸ਼ਟ ਤੌਰ ਤੇ ਇਹ ਪਸਾਹ ਦਾ ਲਹੂ ਹੈ। ਫਿਰ ਨਵੇਂ ਨੇਮ ਦੇ ਪਸਾਹ ਵਿੱਚ ਹਿੱਸਾ ਲੈਣ ਵਾਲਿਆਂ ਲਈ ਪਸਾਹ ਦੇ ਦਿਨ ਦੀ ਕੀ ਮਹੱਤਤਾ ਹੈ? ਇਹ ਉਹ ਦਿਨ ਹੈ ਜਦੋਂ ਪਰਮੇਸ਼ਵਰ ਸਾਰੀ ਮਨੁੱਖ ਜਾਤੀ ਨੂੰ ਆਪਣਾ ਕੀਮਤੀ ਮਾਂਸ ਅਤੇ ਉਹਨਾਂ ਦਾ ਲਹੂ ਪ੍ਰਦਾਨ ਕਰਦੇ ਹਨ। ਦੂਜੇ ਸ਼ਬਦਾਂ ਵਿੱਚ, ਪਸਾਹ ਉਹ ਦਿਨ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਸੰਤਾਨ ਬਣਦੇ ਹਾਂ। ਹਾਲਾਂਕਿ ਅੱਜ ਦੁਨੀਆ ਦੇ ਚਰਚ ਪਸਾਹ ਨਹੀਂ ਮਨਾਉਂਦੇ। ਇਸ ਵਿੱਚ ਕੁਝ ਵੀ ਅਜੀਬ ਨਹੀਂ ਹੈ। ਏਦਾਂ ਇਸ ਲਈ ਹੈ ਕਿਉਂਕਿ ਸਵਰਗੀ ਪਿਤਾ ਦਾ ਪਵਿੱਤਰ ਮਾਂਸ ਅਤੇ ਪਸਾਹ ਦਾ ਲਹੂ ਸਿਰਫ ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਦਿੱਤਾ ਜਾਂਦਾ ਹੈ। ਉਹ ਲੋਕ ਜਿਨ੍ਹਾਂ ਕੋਲ ਪਸਾਹ ਦੇ ਪਰਬ ਦੁਆਰਾ ਮਸੀਹ ਦਾ ਕੀਮਤੀ ਲਹੂ ਹੈ, ਕਿ ਉਹ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਨਹੀਂ ਹਨ? ਪਰਮੇਸ਼ਵਰ ਨੇ ਇਹ ਸਾਰੀਆਂ ਗੱਲਾਂ ਬਾਈਬਲ ਵਿੱਚ ਦਰਜ ਕੀਤੀਆਂ ਹਨ। ਕਿ ਇਹ ਨਹੀਂ ਲਿਖਿਆ ਹੈ ਕਿ ਸਿਰਫ ਉਹਨਾਂ ਕੋਲ ਹੀ ਸਦੀਪਕ ਜੀਵਨ ਹੈ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਮਾਂਸ ਅਤੇ ਲਹੂ ਹੈ। ਆਓ ਅਸੀਂ ਯੋਹੰਨਾ ਅਧਿਆਇ 6 ਵੱਲ ਜਾਈਏ। ਇਸ ਸਾਲ ਆਓ ਅਸੀਂ ਪਰਮੇਸ਼ਵਰ ਦੀਆਂ ਸੰਤਾਨਾਂ ਵਜੋਂ ਮਾਣ ਕਰੀਏ ਅਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰੀਏ। ਆਓ ਆਇਤ 53 ਨੂੰ ਵੇਖੀਏ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ, ਤਾਂ ਤੁਹਾਡੇ ਵਿੱਚ ਕੀ ਨਹੀਂ? ਤੁਹਾਡੇ ਵਿੱਚ ਜਿਉਣ ਨਹੀਂ ਹੈ। ਭਾਵੇਂ ਲੋਕ 100 ਵਾਰ ਚਰਚ ਜਾਣ, ਜੇਕਰ ਉਹ ਯੀਸ਼ੂ ਦਾ ਮਾਂਸ ਨਹੀਂ ਖਾਂਦੇ ਜਾਂ ਉਹਨਾਂ ਦਾ ਲਹੂ ਨਹੀਂ ਪੀਂਦੇ, ਉਹਨਾਂ ਦਾ ਵਿਸ਼ਵਾਸ ਮਰ ਚੁੱਕਿਆ ਹੈ ਨਾ? ਉਹ ਕਦੇ ਵੀ ਸਦੀਪਕ ਜੀਵਨ ਪ੍ਰਾਪਤ ਨਹੀਂ ਕਰਨਗੇ। ਆਓ ਆਇਤ 54 ਨਾਲ ਜਾਰੀ ਰੱਖੀਏ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਜੋ ਯੀਸ਼ੂ ਦਾ ਮਾਂਸ ਖਾਂਦਾ ਅਤੇ ਉਹਨਾਂ ਦਾ ਲਹੂ ਪੀਂਦਾ ਹੈ, ਉਸ ਦੇ ਕੋਲ ਕੀ ਹੈ? ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ,
ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਪਰਿਵਾਰ ਦਾ ਸੰਬੰਧ ਲਹੂ ਨਾਲ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਲੋਕ ਪਸਾਹ ਦੀ ਸੱਚਾਈ ਵਿੱਚ ਹਨ ਉਹ ਪਰਮੇਸ਼ਵਰ ਨੂੰ ਪਿਤਾ ਅਤੇ ਮਾਤਾ ਕਹਿਣ ਦੇ ਯੋਗ ਹਨ। ਐਦਾਂ ਇਸ ਲਈ ਹੈ ਕਿਉਂਕਿ ਇਹ ਲੋਕ ਸਵਰਗੀ ਪਰਿਵਾਰ ਹਨ। ਫਿਰ ਸਾਨੂੰ ਸਵਰਗੀ ਪਰਿਵਾਰ ਨੂੰ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਦੇ ਦੁਆਰਾ ਕੀਤੇ ਜਾਣ ਵਾਲੇ ਕੰਮ ਨੂੰ ਕਰਨਾ ਚਾਹੀਦਾ ਹੈ। ਕੁਝ ਲੋਕ ਕਹਿੰਦੇ ਹਨ ਪਿਤਾ ਅਤੇ ਮਾਤਾ ਜੀ ਭਾਵੇਂ ਕੁਝ ਵੀ ਕਰਨ ਮੈਂ ਸਿਰਫ ਉਹੀ ਕਰਾਂਗਾ ਜੋ ਮੈਨੂੰ ਪਸੰਦ ਹੈ। ਅਸੀਂ ਇਸ ਨੂੰ ਯਾਕੂਬ ਅਤੇ ਏਸਾਓ ਦੀ ਕਹਾਣੀ ਰਾਹੀਂ ਦੇਖ ਸਕਦੇ ਹਾਂ। ਯਾਕੂਬ ਨੇ ਹਮੇਸ਼ਾ ਆਪਣੀ ਮਾਤਾ ਦੀ ਮਦਦ ਕੀਤੀ, ਇਸ ਲਈ ਉਹ ਆਸ਼ੀਸ਼ਾਂ ਪ੍ਰਾਪਤ ਕਰ ਸਕਿਆ। ਏਸਾਓ ਸਿਰਫ ਉਹਨਾਂ ਚੀਜ਼ਾਂ ਵਿੱਚ ਦਿਲਚਸਪੀ ਰੱਖਦਾ ਸੀ ਜਿਸ ਵਿੱਚ ਉਹ ਆਨੰਦ ਲੈਂਦਾ ਸੀ, ਜਿਵੇਂ ਕਿ ਸ਼ਿਕਾਰ ਕਰਨਾ ਅਤੇ ਬਾਹਰ ਸਮਾਂ ਬਿਤਾਉਣਾ। ਏਸਾਓ ਨੂੰ ਇਸ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿ ਉਸ ਦੇ ਮਾਤਾ-ਪਿਤਾ ਕੀ ਕਰ ਰਹੇ ਹਨ। ਸਾਰੇ ਲੋਕੋ, ਕੀ ਸਾਨੂੰ ਏਸਾਓ ਵਾਂਗ ਬਣਨਾ ਚਾਹੀਦਾ ਹੈ? ਕੀ ਸਾਨੂੰ ਯਾਕੂਬ ਵਰਗੇ ਨਹੀਂ ਬਣਨਾ ਚਾਹੀਦਾ? ਹਾਲਾਂਕਿ ਯਾਕੂਬ ਇੱਕ ਆਦਮੀ ਸੀ, ਪਰ ਉਸਨੇ ਰਸੋਈ ਵਿੱਚ ਆਪਣੀ ਮਾਤਾ ਦੇ ਕੰਮ ਵਿੱਚ ਮਦਦ ਕੀਤੀ। ਇਸ ਕਰਕੇ ਉਸਨੇ ਸਵਾਦੀ ਮਸੂਰ ਦੀ ਦਾਲ ਬਣਾਉਣਾ ਸਿੱਖਿਆ। ਬਾਹਰ ਸ਼ਿਕਾਰ ਕਰਨ ਤੋਂ ਬਾਅਦ ਏਸਾਓ ਭੁੱਖਾ ਸੀ। ਜਦੋਂ ਉਹ ਪਰਤਿਆ ਤਦ ਉਸ ਦਾ ਛੋਟਾ ਭਰਾ ਦਾਲ ਬਣਾ ਰਿਹਾ ਸੀ। ਉਸਨੇ ਯਾਕੂਬ ਤੋਂ ਇੱਕ ਕਟੋਰੀ ਦਾਲ ਮੰਗੀ। ਯਾਕੂਬ ਨੇ ਕਿਹਾ, ਮੈਂ ਤੁਹਾਨੂੰ ਮੁਫਤ ਵਿੱਚ ਦਾਲ ਨਹੀਂ ਦੇ ਸਕਦਾ। ਕੀ ਤੁਸੀਂ ਮੈਨੂੰ ਆਪਣਾ ਪਹਿਲੋਠੇ ਦਾ ਅਧਿਕਾਰ ਦੇ ਸਕਦੇ ਹੋ? ਜੇਕਰ ਤੁਸੀਂ ਮੈਨੂੰ ਪਹਿਲੋਠੇ ਦਾ ਅਧਿਕਾਰ ਦਿਓ ਤਦ ਮੈਂ ਤੁਹਾਨੂੰ ਦਾਲ ਦੇ 10 ਕਟੋਰੇ ਵੀ ਦੇ ਸਕਦਾ ਹਾਂ। ਇਹ ਸਿਆਣਪ ਉਸ ਨੂੰ ਉਸ ਦੀ ਮਾਤਾ ਦੀ ਮਦਦ ਕਰਨ ਨਾਲ ਮਿਲੀ। ਇਸ ਬੁੱਧੀ ਦੇ ਦੁਆਰਾ ਕਿ ਉਸ ਨੂੰ ਪਹਿਲੋਠੇ ਦਾ ਅਧਿਕਾਰ ਪ੍ਰਾਪਤ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਅਤੀਤ ਵਿੱਚ ਹੋਈ ਵਿਸ਼ਵਾਸ ਦੇ ਪੂਰਵਜਾਂ ਬਾਰੇ ਕਹਾਣੀ ਬਾਈਬਲ ਵਿੱਚ ਦਰਜ ਕੀਤੀ ਗਈ ਹੈ। ਇਹਨਾਂ ਰਿਕਾਰਡਾਂ ਦੁਆਰਾ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਦੇ ਕੰਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਲੂਕਾ ਅਧਿਆਇ 19 ਵਚਨ 10 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਿਤਾ ਅਤੇ ਮਾਤਾ ਜੀ ਨੇ ਕੀ ਕੀਤਾ ਹੈ। ਕੀ ਇਹ ਨਹੀਂ ਕਹਿੰਦਾ ਕਿ ਪਰਮੇਸ਼ਵਰ ਦੀ ਇੱਛਾ ਉਹਨਾਂ ਗਵਾਚੀਆਂ ਆਤਮਾਵਾਂ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ, ਉਹਨਾਂ ਦੀ ਤੋਬਾ ਕਰਨ ਲਈ ਅਗਵਾਈ ਕਰਨਾ ਅਤੇ ਉਹਨਾਂ ਨੂੰ ਸਵਰਗ ਦੇ ਰਾਜ ਵਿੱਚ ਲੈ ਜਾਣਾ ਹੈ? ਸਾਨੂੰ ਇਸ ਕੰਮ ਵਿੱਚ ਹਿੱਸਾ ਲੈਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਵਰਗੀ ਮਾਤਾ ਜੀ ਨੇ ਕਿਹਾ, ਕਿਉਂਕਿ ਅਸੀਂ ਸਵਰਗੀ ਪਰਿਵਾਰ ਹਾਂ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇੱਕ ਦੂਜੇ ਦੀ ਚੰਗੀ ਦੇਖਭਾਲ ਕਰੋਗੇ ਤਾਂ ਜੋ ਕੋਈ ਵੀ ਇਕੱਲਾ ਮਹਿਸੂਸ ਨਾ ਕਰੇ। ਆਓ ਅਸੀਂ ਉਹਨਾਂ ਦੀ ਇੱਛਾ ਦੀ ਪਾਲਣਾ ਕਰੀਏ ਅਤੇ ਆਪਣੇ ਭੈਣਾਂ ਭਰਾਵਾਂ ਦੀ ਦੇਖਭਾਲ ਕਰੀਏ ਤਾਂ ਜੋ ਇੱਕ ਵੀ ਮੈਂਬਰ ਸ਼ੈਤਾਨ ਦੇ ਪਰਤਾਵੇ ਵਿੱਚ ਨਾ ਪਵੇ। ਆਓ ਅਸੀਂ ਉਹ ਭੈਣ ਭਰਾ ਬਣੀਏ ਜੋ ਸਵਰਗ ਵੱਲ ਦੇਖਦੇ ਹੋਏ ਇੱਕ ਧਨ ਜੀਵਨ ਜਿਉਣ ਵਿੱਚ ਇੱਕ ਦੂਜੇ ਦੀ ਮਦਦ ਕਰ ਸਕਦੇ ਹਨ। ਸਾਨੂੰ ਇੱਕ ਵੀ ਆਤਮਾ ਛੱਡੇ ਬਿਨਾਂ ਮੁਕਤੀ ਦਾ ਕੰਮ ਕਰਨਾ ਚਾਹੀਦਾ ਹੈ। ਫਿਰ ਸਿਰਲੇਖ AI ਦਾ ਯੁੱਗ ਦਾ ਕੀ ਮਤਲਬ ਹੈ? ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈ, ਕਿਉਂਕਿ ਅੱਜ ਕੱਲ੍ਹ ਸਾਰੀਆਂ ਫੈਕਟਰੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਰੋਬੋਟ ਦੀ ਵਰਤੋਂ ਕਰਦੀਆਂ ਹਨ। ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕੁਝ ਹੀ ਲੋਕ ਹਨ। ਇੱਥੇ ਤੱਕ ਕਿ ਕਾਰਾਂ ਬਣਾਉਣਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਕੀਤਾ ਜਾਂਦਾ ਹੈ। ਸਾਰੀਆਂ ਅਸੈਂਬਲੀ ਲਾਈਨਾਂ ਰੋਬੋਟਿਕ ਹਥਿਆਰਾਂ ਦੁਆਰਾ ਚਲਾਈਆਂ ਜਾਂਦੀਆਂ ਹਨ। ਉਹ ਸਮਾਂ ਆਵੇਗਾ ਜਦੋਂ ਲੋਕਾਂ ਦੀ ਲੋੜ ਨਹੀਂ ਰਹੇਗੀ। ਜਿਵੇਂ ਕਿ ਤੁਸੀਂ ਜਾਣਦੇ ਹੋ, ਲੀਸੇਡੋਲ ਨਾਮ ਦੇ ਇੱਕ ਕੋਰੀਅਨ ਗੋ ਖਿਡਾਰੀ ਅਤੇ ਅਲਫਾਗੋ ਨਾਮ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਕੰਪਿਊਟਰ ਨੇ ਗੋ ਗੇਮ ਖੇਡੀ। ਇਹ ਦੁਨੀਆ ਭਰ ਵਿੱਚ ਇੱਕ ਗਰਮ ਵਿਸ਼ਾ ਬਣ ਗਿਆ। ਇਹ ਮਨੁੱਖੀ ਬੁੱਧੀ ਤੋਂ ਪਰੇ ਹੈ। AI ਵਾਲਾ ਕੰਪਿਊਟਰ ਇੱਕ ਸਕਿੰਟ ਦੇ ਅੰਦਰ ਸੈਂਕੜੇ ਹਜ਼ਾਰਾਂ ਚੀਜ਼ਾਂ ਬਾਰੇ ਸੋਚ ਸਕਦਾ ਹੈ, ਜਦੋਂ ਕਿ ਮਨੁੱਖ ਪ੍ਰਤੀ ਸੈਕਿੰਡ ਸਿਰਫ 100 ਚੀਜ਼ਾਂ ਬਾਰੇ ਸੋਚ ਸਕਦਾ ਹੈ। ਇਸ ਲਈ ਮਨੁੱਖ ਨਕਲੀ ਬੁੱਧੀ ਦੇ ਨਾਲ ਨਹੀਂ ਰਹਿ ਸਕਦੇ। ਇਹ ਸੋਚ ਕੇ ਮੈਂ ਪਿਤਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਸੀ। ਜੇਕਰ ਨਕਲੀ ਬੁੱਧੀ ਇੱਥੇ ਉਪਦੇਸ਼ ਦੇਵੇ, ਜੇਕਰ ਇਸ ਨੇ ਸਾਡੇ ਸਥਾਨਾਂ ਨੂੰ ਲੈ ਲਿਆ, ਤਦ ਕੀ ਕੁਝ ਬਚੇਗਾ ਜਿਸ ਵਿੱਚ ਅਸੀਂ ਹਿੱਸਾ ਲੈ ਸਕਦੇ ਹਾਂ? ਇਹ 24 ਘੰਟੇ ਬਿਨਾਂ ਸੁੱਤੇ ਵੀ ਪ੍ਰਚਾਰ ਕਰ ਸਕਦਾ ਹੈ। ਦੂਜੇ ਪਾਸੇ ਸਾਨੂੰ ਸੋਣਾ, ਖਾਣਾ ਅਤੇ ਆਰਾਮ ਕਰਨਾ ਪੈਂਦਾ ਹੈ।
뭐 쉬어야 되고 ਜਦੋਂ ਅਸੀਂ ਇਹਨਾਂ ਗੱਲਾਂ ਬਾਰੇ ਸੋਚਦੇ ਹਾਂ ਤਦ ਇਸ ਯੁੱਗ ਵਿੱਚ ਸਾਨੂੰ ਦਿੱਤਾ ਗਿਆ ਸਮਾਂ ਕਿੰਨਾ ਧਨ ਹੈ। ਭਵਿੱਖ ਵਿੱਚ ਲੋਕ ਯੁੱਧਾਂ ਵਿੱਚ ਲੜਨ ਲਈ ਬੰਦੂਕਾਂ ਦੀ ਵਰਤੋਂ 전쟁하는 시대가 ਨਹੀਂ ਕਰਨਗੇ। ਉਹ ਸਮਾਂ ਆਵੇਗਾ ਜਦੋਂ ਰੋਬੋਟ ਇੱਕ ਦੂਜੇ ਦੇ ਖਿਲਾਫ ਲੜਨਗੇ। 옵니다. ਸਾਰੇ ਲੋਕੋ, ਤੁਸੀਂ ਘਰ ਵਿੱਚ ਖਾਣਾ ਬਣਾਉਂਦੇ ਹੋ, ਹੈ ਨਾ? ਜਦੋਂ ਤੁਸੀਂ ਖਾਣਾ ਬਣਾ ਸਕਦੇ ਹੋ ਤਦ ਕਿਰਪਾ ਕਰਕੇ ਆਪਣੇ ਪਰਿਵਾਰ ਲਈ ਵਧੀਆ ਖਾਣਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋ। 이제 ਹੁਣ ਜੇਕਰ ਤੁਸੀਂ AI ਖਰੀਦਦੇ ਹੋ ਅਤੇ ਉਸ ਵਿੱਚ ਖਾਣ ਦੀ ਇੱਕ ਰੈਸਿਪੀ ਪਾਉਂਦੇ ਹੋ 엄마들이 ਤਦ ਇਹ ਹਰ ਸਵਾਦੀ ਭੋਜਨ ਜਿਵੇਂ ਚੀਨੀ ਭੋਜਨ, ਕੋਰੀਆਈ ਭੋਜਨ ਅਤੇ ਅਮਰੀਕੀ ਭੋਜਨ ਬਣਾ ਸਕਦਾ ਹੈ। 거기다가 또 ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਣੇ ਆਪ ਨੂੰ ਸਿਖਾ ਸਕਦੀ ਹੈ ਅਤੇ ਫਿਊਜ਼ਨ ਪਕਵਾਨ ਵੀ ਬਣਾ ਸਕਦੀ ਹੈ। 모든 일들은 ਦੂਜੇ ਸ਼ਬਦਾਂ ਵਿੱਚ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਮਸ਼ੀਨਾਂ ਦੁਆਰਾ ਕੀਤਾ ਜਾ ਸਕਦਾ ਹੈ। 설교를 한다. ਜੇਕਰ ਆਰਟੀਫੀਸ਼ੀਅਲ ਇੰਟੈਲੀਜੈਂਸ ਉਪਦੇਸ਼ ਦਿੰਦੀ ਤਦ ਇਹ ਮੇਰੇ ਨਾਲੋਂ ਵਧੀਆਂ ਆਇਤਾਂ ਨੂੰ ਲੱਭ ਪਾਉਂਦੀ। ਜੇਕਰ ਇਹ ਸਿਰਫ ਉਤਪਤ 1 ਤੇ ਜਾਂਦਾ ਹੈ ਤਦ ਇਹ ਪਹਿਲਾਂ ਹੀ ਆਇਤ 26 ਵੱਲ ਮੁੜ ਸਕਦਾ ਹੈ ਅਤੇ ਇਸ ਨੂੰ ਪੜ੍ਹ ਸਕਦਾ ਹੈ। 전 세계 언어 ਜੇਕਰ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੈਟਵਰਕ ਵਿੱਚ ਸਾਰੀਆਂ ਭਾਸ਼ਾਵਾਂ ਪਾ ਦਿੰਦੇ ਹੋ ਤਦ ਇਹ ਕੋਰੀਅਨ, ਅੰਗਰੇਜ਼ੀ, ਫ੍ਰੈਂਚ ਅਤੇ ਸਪੈਨਿਸ਼ ਵਿੱਚ ਉਪਦੇਸ਼ ਦੇਵੇਗਾ। ਅਸੀਂ ਇਹ ਨਹੀਂ ਕਰ ਸਕਦੇ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਕਰ ਸਕਦੀ ਹੈ। ਸਾਰੇ ਲੋਕੋ, ਇਹ ਭਵਿੱਖ ਵਿੱਚ ਸੱਚ ਹੋਵੇਗਾ। 하나님께서 ਇਸ ਲਈ ਜਦੋਂ ਪਰਮੇਸ਼ਵਰ ਸਾਨੂੰ ਸਾਰੀ ਧਰਤੀ ਉੱਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੰਦੇ ਹਨ, ਜੇਕਰ ਅਸੀਂ ਆਲਸੀ ਹਾਂ ਜਾਂ ਖੁਸ਼ਖਬਰੀ ਵਿੱਚ ਹਿੱਸਾ ਲੈਣ ਵਿੱਚ ਅਸਫਲ ਰਹਿੰਦੇ ਹਾਂ ਤਦ ਸਾਡੇ ਕੋਲ ਕੋਈ ਹੋਰ ਮੌਕਾ ਨਹੀਂ ਹੋਵੇਗਾ। 황당한 어떤 ਇਹ ਇੱਕ ਬੇਹੂਦਾ ਵਿਗਿਆਨਿਕ ਕਥਾ ਵਾਂਗ ਲੱਗ ਸਕਦਾ ਹੈ। 그렇지 않습니다. 큰 어떤 ਵੱਡੀਆਂ ਉਤਪਾਦਨ ਲਾਈਨਾਂ ਵਾਲੀਆਂ ਜ਼ਿਆਦਾਤਰ ਫੈਕਟਰੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ 기능으로 다 ਬਦਲਿਆ ਜਾ ਰਿਹਾ ਹੈ। 자동차도 ਕੀ ਭਵਿੱਖ ਵਿੱਚ ਇੱਕ ਕਾਰ ਨੂੰ ਡਰਾਈਵਰ ਦੀ ਲੋੜ ਪਵੇਗੀ? ਕਾਰ ਵਿੱਚ ਬੈਠੇ ਲੋਕ ਸੁੱਤੇ ਹੋਣਗੇ। 하고 고개 제끼고 ਕਾਰ ਆਪਣੇ ਆਪ ਚਲਾਈ ਜਾਵੇਗੀ ਅਤੇ ਉਸ ਨੂੰ ਖਤਰੇ ਦਾ ਵੀ ਪਤਾ ਲੱਗੇਗਾ। ਇਸ ਲਈ ਇਸ ਦੀ ਦੁਰਘਟਨਾ ਦਰ ਮਨੁੱਖੀ ਡਰਾਈਵਰਾਂ ਨਾਲੋਂ ਬਹੁਤ ਘੱਟ ਹੋਵੇਗੀ। 사고율이 적게 ਆਟੋਮੈਟਿਕ ਡਰਾਈਵਿੰਗ ਸਿਸਟਮ ਦੁਆਰਾ ਇਹ ਤੁਹਾਨੂੰ ਸਹੀ ਮੰਜ਼ਿਲ ਤੇ ਲੈ ਜਾਵੇਗਾ ਜੇਕਰ ਤੁਸੀਂ ਇਹ ਦੱਸਦੇ ਹੋ ਕਿ ਕਿੱਥੇ ਜਾਣਾ ਹੈ। 어디 가자고만 말만 하면 그 장소에 ਭਵਿੱਖ ਵਿੱਚ ਮਨੁੱਖਾਂ ਦੀ ਲੋੜ ਨਹੀਂ ਹੋਵੇਗੀ। 사람이 점점 필요 없어져요. ਇਸ ਬਾਰੇ ਸੋਚਦੇ ਹੋਏ ਮੈਂ ਸੱਚਮੁੱਚ ਪਿਤਾ ਅਤੇ ਮਾਤਾ ਜੀ ਦਾ ਸ਼ੁਕਰਗੁਜ਼ਾਰ ਸੀ ਕਿ ਮੈਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਅਤੇ ਉਪਦੇਸ਼ ਦੇਣ ਦੀ ਇਜਾਜ਼ਤ ਦਿੱਤੀ। ਪਰਮੇਸ਼ਵਰ ਨੇ ਸਾਨੂੰ ਇਸ ਸੱਚਾਈ ਵੱਲ ਬੁਲਾਇਆ ਹੈ ਅਤੇ ਸਾਨੂੰ ਇਸ ਯੁੱਗ ਦੇ ਆਉਣ ਤੋਂ ਪਹਿਲਾਂ ਇਸ ਸਥਿਤੀ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਹੈ। ਉਹਨਾਂ ਨੇ ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਹੈ। ਇਸ ਸਾਲ ਤੋਂ ਸੈਮਸੰਗ 그래서 만든 휴대폰 ਮੋਬਾਈਲ ਫੋਨ ਲਗਭਗ ਸਾਰੀਆਂ ਭਾਸ਼ਾਵਾਂ ਦਾ 거의 ਅਨੁਵਾਦ ਕਰ ਸਕਦਾ ਹੈ। 한국말만 ਜੇਕਰ ਅਸੀਂ ਕੋਰੀਅਨ ਵਿੱਚ ਕੁਝ ਕਹਿੰਦੇ ਹਾਂ 하고 싶은 사람은 영어로 ਤਦ ਦੂਸਰੇ ਇਸ ਨੂੰ ਅੰਗਰੇਜ਼ੀ 사람은 불어로 ਜਾਂ ਫ੍ਰੈਂਚ ਵਿੱਚ ਜਾਂ ਕਿਸੇ ਵੀ ਭਾਸ਼ਾ ਵਿੱਚ ਸੁਣ ਸਕਦੇ ਹਨ ਜੋ ਚਾਹੁੰਦੇ ਹਨ। 10% 이상 정확한 그런 ਮੀਡੀਆ ਨੇ ਦੱਸਿਆ ਕਿ ਇਸ ਦਾ ਅਨੁਵਾਦ ਦਰ ਲਗਭਗ 90% ਸਹੀ ਹੈ। 소개가 되어 있는 입장입니다. ਇਸ ਲਈ ਜਦ ਕਿ ਅਸੀਂ ਕੁਝ ਕਰ ਸਕਦੇ ਹਾਂ ਤਦ ਆਓ ਅਸੀਂ 하나님 ਇਸ ਨੂੰ ਹੁਣੇ ਕਰੀਏ। 이런 어떤 그 ਪਰਮੇਸ਼ਵਰ ਇਸ ਤਰ੍ਹਾਂ ਦਾ ਵਾਤਾਵਰਣ 2000 ਸਾਲ ਪਹਿਲਾਂ ਬਣਾ ਸਕਦੇ ਸੀ। 오늘날까지 ਹਾਲਾਂਕਿ ਉਹਨਾਂ ਨੇ ਸਾਨੂੰ ਇਸ ਯੁੱਗ ਵਿੱਚ ਪਰਮੇਸ਼ਵਰ ਦਾ ਕੰਮ ਕਰਨ ਦਾ ਮੌਕਾ ਦੇਣ ਲਈ 딜레이 시켜 주시고 ਅਜਿਹੀਆਂ ਤਕਨਾਲੋਜੀਆਂ ਦੇ ਵਿਕਾਸ ਵਿੱਚ ਦੇਰੀ ਕੀਤੀ ਹੈ। 하나님의 일을 할 수 있는 기회를 지금까지 주어 오셨습니다. ਹਾਲਾਂਕਿ ਬਹੁਤ ਸਾਰੇ ਲੋਕ 이 기회를 지금 ਇਸ ਮੌਕੇ ਨੂੰ ਗਵਾ ਰਹੇ ਹਨ। ਜੇਕਰ ਇਹ ਯੁੱਗ ਹੋਰ 5 ਜਾਂ 10 ਸਾਲਾਂ ਲਈ ਜਾਰੀ ਰਹੇ 한다면 ਤਦ ਅਸੀਂ ਨਹੀਂ ਜਾਣਦੇ ਕਿ ਭਵਿੱਖ ਵਿੱਚ ਕੀ ਹੋਵੇਗਾ। ਹੁਣ ਤੇਜ਼ੀ ਨਾਲ ਕੰਮ ਕਰਨ ਦਾ ਯੁੱਗ ਹੈ, ਇਸ ਲਈ ਲੋਕ ਮੋਟਰਸਾਈਕਲ ਰਾਹੀਂ ਸਮਾਨ ਪਹੁੰਚਾਉਂਦੇ ਹਨ। 이제 드론이 ਹਾਲਾਂਕਿ ਭਵਿੱਖ ਵਿੱਚ ਡਰੋਨ ਹਰ ਚੀਜ਼ ਘਰ ਘਰ ਪਹੁੰਚਾ ਦੇਣਗੇ। 이러니 ਸਾਰੇ ਲੋਕੋ, ਜਦੋਂ ਤੱਕ ਅਸੀਂ ਕਰ ਸਕਦੇ ਹਾਂ ਆਪਣੀ ਪੂਰੀ ਕੋਸ਼ਿਸ਼ ਕਰੀਏ। ਜਦੋਂ ਤੱਕ ਤੁਸੀਂ ਕਰ ਸਕਦੇ ਹੋ ਭੋਜਨ ਪਕਾਓ। 하십시오. 알파고만 갖다 놓으면 ਅਲਫਾਗੋ ਵਰਗੇ AI ਦੇ ਨਾਲ ਤੁਹਾਨੂੰ ਹੁਣ ਸ਼ੈਫ ਦੀ ਲੋੜ ਨਹੀਂ ਹੈ। 스타일로 ਜੇਕਰ ਤੁਸੀਂ ਯੂਰੋਪੀਅਨ ਸਟਾਈਲ ਜਾਂ ਸਾਊਥ ਅਮਰੀਕਨ ਸਟਾਈਲ ਦਾ ਭੋਜਨ ਖਾਣਾ ਚਾਹੁੰਦੇ ਹੋ ਤਦ ਇਹ ਤੁਹਾਨੂੰ ਜੋ ਚਾਹੋ ਉਹੀ ਪਰੋਸੇਗਾ। 먹지 않습니까? ਕੀ ਇਹ ਹੈਰਾਨੀਜਨਕ ਨਹੀਂ ਹੈ? 저는 AI ਜਦੋਂ ਮੈਂ ਸੁਣਿਆ ਕਿ AI ਦਾ ਯੁੱਗ ਆ ਰਿਹਾ ਹੈ ਮੈਂ ਪਰਮੇਸ਼ਵਰ ਦਾ ਧੰਨਵਾਦ ਕੀਤਾ, ਪਰ ਨਾਲ ਹੀ ਇਸ ਨੇ ਮੈਨੂੰ ਡਰਾ ਦਿੱਤਾ। ਮੈਂ ਸੋਚਿਆ ਅਜਿਹਾ ਯੁੱਗ ਪਹਿਲਾਂ ਤੋਂ ਹੀ ਆ ਗਿਆ ਹੈ। 전으로 ਇਹ 2000 ਸਾਲ ਪਹਿਲਾਂ ਹੋ ਸਕਦਾ ਸੀ, ਪਰ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ਿਤ ਹੋਣ ਦਾ ਇਹ ਮੌਕਾ ਦੇਣ ਲਈ ਇਸ ਵਿੱਚ ਦੇਰੀ ਕੀਤੀ। ਯੀਸ਼ੂ ਨੇ ਲੂਕਾ ਅਧਿਆਇ 12 ਵਿੱਚ ਕਿਹਾ,
ਧਰਤੀ ਅਤੇ ਆਕਾਸ਼ ਦੇ ਤੌਰ ਭੋਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਇਸ ਸਮੇਂ ਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ ਹੈ ਨਾ? ਇਹ ਯੁੱਗ ਅਜਿਹਾ ਬਣ ਗਿਆ ਹੈ। ਸਾਰੇ ਲੋਕੋ, ਆਓ ਅਸੀਂ ਸਾਰੇ ਇਸ ਸਾਲ ਜਾਗ ਉਠੀਏ ਜਦ ਕਿ ਅਸੀਂ ਕੰਮ ਕਰ ਸਕਦੇ ਹਾਂ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੇ ਹਾਂ। ਜੇਕਰ AI ਸਾਡੀ ਜਗ੍ਹਾ ਲੈ ਲੈਂਦਾ ਤਾਂ ਇਹ ਸਾਡੇ ਨਾਲੋਂ ਬਾਈਬਲ ਨੂੰ ਜ਼ਿਆਦਾ ਸਹੀ ਢੰਗ ਨਾਲ ਸਿਖਾ ਸਕਦਾ ਸੀ। ਇਸ ਦੀ ਸਿਖਾਉਣ ਦੀ ਯੋਗਤਾ ਮਨੁੱਖਾਂ ਨਾਲੋਂ ਬਿਹਤਰ ਹੋਵੇਗੀ। ਇੱਕ ਵਾਰ ਜਦੋਂ ਅਸੀਂ ਬਾਈਬਲ ਦੀਆਂ ਆਇਤਾਂ ਨੂੰ ਉਸ ਵਿੱਚ ਪਾਉਂਦੇ ਹਾਂ ਤਦ ਉਹ ਲੱਭੇਗਾ ਅਤੇ ਠੀਕ-ਠੀਕ ਪਤਾ ਲਗਾਏਗਾ ਕਿ ਉਹ ਕਿੱਥੇ ਹਨ। ਹਰ ਚੀਜ਼ ਦਾ ਸਮਾਂ ਹੁੰਦਾ ਹੈ। ਜਦੋਂ ਅਸੀਂ ਕਰ ਸਕਦੇ ਹਾਂ ਤਾਂ ਤੁਹਾਨੂੰ ਸਭ ਕੁਝ ਕਰਨਾ ਚਾਹੀਦਾ ਹੈ। ਜਦੋਂ ਵੀ ਅਸੀਂ ਕਰ ਸਕਦੇ ਹਾਂ ਸਾਨੂੰ ਆਸ਼ੀਸ਼ਾਂ ਦੇ ਢੇਰ ਲਗਾਉਣੇ ਚਾਹੀਦੇ ਹਨ। ਪਰਮੇਸ਼ਵਰ ਸਾਨੂੰ ਸਾਡੇ ਕੀਤੇ ਅਨੁਸਾਰ ਬਦਲਾ ਦੇਣਗੇ। ਜੇਕਰ ਲੋਕ AI ਨੂੰ ਪ੍ਰਸ਼ਾਸਨਿਕ ਕੰਮ ਕਰਨ ਲਈ ਕਹਿੰਦੇ ਹਨ ਤਦ ਇਹ ਸਹੀ ਹੋਵੇਗਾ। ਇਹ ਕਹਿਣ ਦੀ ਕੋਈ ਲੋੜ ਨਹੀਂ ਹੈ ਕਿ ਤੁਸੀਂ ਵਧੀਆ ਨਹੀਂ ਕਰ ਸਕਦੇ। ਜੇਕਰ ਤੁਸੀਂ ਆਪਣੇ ਕੰਮ ਨੂੰ ਇੱਕ ਵਾਰ AI ਵਿੱਚ ਇਨਪੁਟ ਕਰਦੇ ਹੋ ਤਦ ਇਹ ਸਭ ਕੁਝ ਸੰਭਾਲ ਲਵੇਗਾ। ਜਦੋਂ ਤੁਸੀਂ ਕਹਿੰਦੇ ਹੋ ਇਸ ਕੰਮ ਨੂੰ ਕੁਝ ਘੰਟਿਆਂ ਵਿੱਚ ਪੂਰਾ ਕਰੋ ਤਦ ਇਹ ਇਸ ਨੂੰ ਬਹੁਤ ਜਲਦੀ ਪੂਰਾ ਕਰ ਦੇਵੇਗਾ। ਜਿਸ ਕੰਮ ਨੂੰ ਕਰਨ ਵਿੱਚ ਮਨੁੱਖ ਨੂੰ 10 ਜਾਂ 20 ਘੰਟੇ ਲੱਗਦੇ ਹਨ ਉਹ AI ਸਿਰਫ 1 ਜਾਂ 2 ਘੰਟਿਆਂ ਵਿੱਚ ਕਰ ਦੇਵੇਗਾ। ਹੁਣ ਤੋਂ ਸੈਕਟਰੀ ਦੀ ਕੋਈ ਲੋੜ ਨਹੀਂ ਹੋਵੇਗੀ। ਕਿ ਇਹ ਸਹੀ ਨਹੀਂ ਹੈ? ਜੇਕਰ ਅਸੀਂ AI ਦੀ ਵਰਤੋਂ ਕਰਦੇ ਹਾਂ ਤਦ ਸਾਨੂੰ ਹੁਣ ਅਨੁਵਾਦਕਾਂ ਦੀ ਲੋੜ ਨਹੀਂ ਪਵੇਗੀ। ਜੇਕਰ ਲੋਕ AI ਨੂੰ ਕਿਸੇ ਚੀਜ਼ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਲਈ ਕਹਿੰਦੇ ਹਨ ਤਦ ਇਹ ਉਸ ਦਾ ਪੂਰੀ ਤਰ੍ਹਾਂ ਅਨੁਵਾਦ ਕਰਦਾ ਹੈ। ਇਹ ਸਾਡੀ ਸਿਹਤ ਦਾ ਵੀ ਧਿਆਨ ਰੱਖਦਾ ਹੈ। ਇਹ ਸਾਡੇ ਸਵਾਦ ਨੂੰ ਵੀ ਜਾਣਦਾ ਹੈ। ਸਹੀ ਸਮੇਂ ਤੇ ਇਹ ਤੁਹਾਡੇ ਲਈ ਕੌਫੀ ਦਾ ਕੱਪ ਬਣਾਉਂਦਾ ਹੈ। ਅਜਿਹਾ ਸ਼ਾਨਦਾਰ ਕੰਮ ਕਰਨ ਵਾਲਾ AI ਹੋਵੇਗਾ। ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਜੀ ਰਹੇ ਹਾਂ। ਸਾਰੇ ਲੋਕੋ, ਮੈਂ ਤੁਹਾਨੂੰ ਇਹ ਸਿਰਫ ਮਨੋਰੰਜਨ ਲਈ ਨਹੀਂ ਦੱਸ ਰਿਹਾ, ਪਰ ਭਵਿੱਖ 'ਚ ਇੱਕ ਅਜਿਹਾ ਯੁੱਗ ਹੋਵੇਗਾ। ਪਰਮੇਸ਼ਵਰ ਨੇ ਸਾਨੂੰ ਖੁਸ਼ਖਬਰੀ ਦਾ ਕੰਮ ਕਰਨ ਦਾ ਮੌਕਾ ਦਿੱਤਾ ਹੈ। ਜਦ ਕਿ ਪਿਤਾ ਅਤੇ ਮਾਤਾ ਕਹਿੰਦੇ ਹਨ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਕਰੋ। ਜਦ ਕਿ ਅਜੇ ਵੀ ਕੰਮ ਕਰਨ ਲਈ ਸਮਾਂ ਅਤੇ ਸਥਾਨ ਹੈ। ਆਓ ਅਸੀਂ ਲਗਨ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰੀਏ ਅਤੇ ਬਹੁਤ ਸਾਰੇ ਫਲ ਪੈਦਾ ਕਰੀਏ, ਉਮੀਦ ਕਰਦੇ ਹੋਏ ਕਿ ਇਸ ਸਾਲ ਅਸੀਂ ਸਵਰਗੀ ਪਿਤਾ ਅਤੇ ਮਾਤਾ ਨੂੰ ਬਹੁਤ ਖੁਸ਼ੀ ਦੇਵਾਂਗੇ। ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।